ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਇਹਨਾਂ ਖਬਰਾਂ ਉੱਪਰ। ਭੇਤ ਭਰੀ ਹਾਲਤ ਵਿੱਚ ਪੰਜਾਬਣ ਦੀ ਮੌਤ, ਕੁਝ ਦਿਨਾਂ ਵਿੱਚ ਮਿਲਣੀ ਸੀ ਪੀਆਰ। ਪੈਟਰੋਲ ਪੰਪ ਤੇ ਪੰਜਾਬਣ ਨੂੰ ਮਾਰੀ ਗੋਲੀ, ਗੈਸ ਸਟੇਸ਼ਨ ਤੇ ਕਰਦੀ ਸੀ ਕੰਮ। ਇਮੀਗ੍ਰੇਸ਼ਨ ਦਾ ਰਿਕਾਰਡ ਕਾਇਮ, 10,000 ਤੋਂ ਵੱਧ ਨੂੰ ਮਿਲੀ ਪੀਆਰ। ਇਮੀਗ੍ਰੈਂਟਸ ਲਈ ਰੱਖੀ ਸ਼ਰਤ, ਹੁਣ ਸ਼ਰਤ ਪੂਰੀ ਕਰਨ ਤੇ ਮਿਲੇਗੀ ਐਂਟਰੀ। ਪੰਜਾਬਣ ਦੀ ਭੇਤ ਭਰੀ ਮੌਤ ਦਾ ਮਾਮਲਾ ਇਸ ਹਫ਼ਤੇ ਸਾਹਮਣੇ ਆਇਆ, ਜਿਸ ਸੰਬੰਧੀ ਪੁਲਿਸ ਨੇ ਅਪਡੇਟ ਜਾਰੀ ਕਰਦਿਆਂ ਇਸ ਦਾ ਨਾਮ ਵੀ ਸਾਂਝਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪੰਜਾਬਣ ਨੂੰ ਕੁਝ ਹੀ ਸਮੇਂ ਵਿੱਚ ਪੀਆਰ ਮਿਲਣ ਵਾਲੀ ਸੀ। ਕੈਨੇਡਾ ਵਿੱਚ ਪੰਜਾਬੀ ਮੂਲ ਦੀ ਅੰਤਰਰਾਸ਼ਟਰੀ ਵਿਦਿਆਰਥਣ ਨਾਲ ਹਾਦਸਾ ਵਾਪਰਿਆ, ਜਿਸ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਜੀ ਹਾਂ, ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸਟੂਡੈਂਟ ਵੀਜ਼ਾ ਦੇ ਉੱਪਰ ਭਾਰਤ ਤੋਂ ਇੱਕ ਲੜਕੀ ਇਸ਼ਨੀਤ ਕੌਰ ਗਈ ਸੀ, ਜਿਸ ਨਾਲ ਕੈਨੇਡਾ ਵਿੱਚ ਇੱਕ ਹਾਦਸਾ ਵਾਪਰਿਆ, ਜਿੱਥੇ ਉਸ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ਼ਨੀਤ ਕੌਰ 5 ਸਾਲ ਪਹਿਲਾਂ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਉੱਪਰ ਆਈ ਸੀ, ਜੋ ਕਿ ਟੋਰਾਂਟੋ ਦੇ ਸ਼ਹਿਰ ਬੈਰੀ ਵਿੱਚ ਰਹਿ ਰਹੀ ਸੀ। ਇਸ ਪੰਜਾਬੀ ਮੂਲ ਦੀ ਵਿਦਿਆਰਥਣ ਵੱਲੋਂ ਹੁਣ ਕੈਨੇਡਾ ਵਿੱਚ ਵਰਕ ਪਰਮਿਟ ਵੀ ਹਾਸਲ ਕੀਤਾ ਗਿਆ। ਜਾਣਕਾਰੀ ਮੁਤਾਬਕ ਕੁਝ ਸਮੇਂ ਬਾਅਦ ਉਸ ਨੂੰ ਪੀਆਰ ਵੀ ਮਿਲਣ ਵਾਲੀ ਸੀ, ਪਰ ਉਸ ਤੋਂ ਪਹਿਲਾਂ ਹੀ ਇਸ ਲੜਕੀ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਸ ਲੜਕੀ ਦੀ ਲਾਸ਼ ਕਾਰ ਦੀ ਡਰਾਈਵਰ ਸੀਟ ਤੋਂ ਮਿਲੀ ਹੈ। ਇਸ ਦੀ ਮੌਤ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕੇ, ਜੋ ਕਿ ਪੁਲਿਸ ਅਧਿਕਾਰੀਆਂ ਵੱਲੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਹਫ਼ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੈਟਰੋਲ ਪੰਪ ਦੇ ਉੱਪਰ ਇੱਕ ਪੰਜਾਬਣ ਲੜਕੀ ਨੂੰ ਗੋਲੀ ਮਾਰੀ ਗਈ। ਇਹ ਪੰਜਾਬਣ ਲੜਕੀ ਗੈਸ ਸਟੇਸ਼ਨ ਦੇ ਉੱਪਰ ਹੀ ਕੰਮ ਕਰਦੀ ਸੀ ਤੇ ਪੁਲਿਸ ਨੇ ਉਸ ਦੀ ਪਹਿਚਾਣ ਵੀ ਜਨਤਕ ਕੀਤੀ। ਪਵਨਪ੍ਰੀਤ ਕਤਲ ਮਾਮਲੇ 'ਚ ਦੋਸ਼ੀ ਦੀ ਭਾਲ, ਪੁਲਿਸ ਨੇ ਜਾਰੀ ਕੀਤੀ ਨਵੀਂ ਵੀਡੀਓ। ਬੀਤੇ ਸ਼ਨੀਵਾਰ 21 ਸਾਲਾ ਪਵਨਪ੍ਰੀਤ ਕੌਰ ਨੂੰ ਮਿਸੀਸਾਗਾ ਓਨਟਾਰੀਓ ਵਿੱਚ ਇੱਕ ਪੈਟਰੋ ਕੈਨੇਡਾ ਵਿੱਚ ਕਈ ਵਾਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ ਦੇਰ ਰਾਤ ਮਿਸੀਸਾਗਾ ਗੈਸ ਸਟੇਸ਼ਨ ਦੇ ਇੱਕ 21 ਸਾਲਾ ਕਰਮਚਾਰੀ ਦੀ ਘਾਤਕ ਗੋਲੀਬਾਰੀ ਨਾਲ ਸ਼ਿਕਾਰ ਬਣਾ ਕੇ ਮਾਰ ਦਿੱਤਾ ਗਿਆ। ਸ਼ੱਕੀ ਵਿਅਕਤੀ ਹੱਤਿਆ ਤੋਂ ਕੁਝ ਘੰਟੇ ਪਹਿਲਾਂ ਸਾਈਕਲ ਉੱਤੇ ਜਾ ਰਿਹਾ ਸੀ। ਬਰੈਂਪਟਨ ਨਿਵਾਸੀ ਪਵਨਪ੍ਰੀਤ ਕੌਰ ਦੀ ਰਾਤ ਕਰੀਬ 10:40 ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਾਜ਼ਾ ਅਪਡੇਟ ਤੋਂ ਪਤਾ ਲੱਗਾ ਕਿ ਪਵਨਪ੍ਰੀਤ ਕੌਰ ਗੈਸ ਸਟੇਸ਼ਨ ਦੇ ਅਗਲੇ ਦਰਵਾਜ਼ੇ ਤੋਂ ਬਾਹਰ ਨਿਕਲੀ ਸੀ ਜਦੋਂ ਉਸ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਘਟਨਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਾਂਚ ਕਰ ਰਹੇ ਅਧਿਕਾਰੀ ਨੇ ਸ਼ੱਕੀ ਬਾਰੇ ਵਾਧੂ ਜਾਣਕਾਰੀ ਦਿੱਤੀ ਹੈ ਅਤੇ ਸਾਈਕਲ ਉੱਤੇ ਸ਼ੱਕੀ ਦੀ ਨਿਗਰਾਨੀ ਵੀਡੀਓ ਰਿਲੀਜ਼ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ। ਅਧਿਕਾਰੀ ਲੀਚ ਨੇ ਕਿਹਾ ਕਿ ਵਿਆਪਕ ਵੀਡੀਓ ਕੈਨਵੈਸਿੰਗ ਅਤੇ ਗਵਾਹਾਂ ਦੀਆਂ ਇੰਟਰਵਿਊਆਂ ਰਾਹੀਂ ਜਾਂਚਕਰਤਾਵਾਂ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਸ਼ੱਕੀ ਗੋਲੀਬਾਰੀ ਤੋਂ 3 ਘੰਟੇ ਪਹਿਲਾਂ ਕਤਲੇਆਮ ਦੇ ਦ੍ਰਿਸ਼ ਦੇ ਆਸ-ਪਾਸ ਪੈਦਲ ਜਾ ਰਿਹਾ ਸੀ। ਇਸ ਸਮਾਂ ਸੀਮਾ ਦੇ ਦੌਰਾਨ ਉਹਨਾਂ ਨੂੰ ਪੈਦਲ ਅਤੇ ਸਾਈਕਲ ਦੀ ਸਵਾਰੀ ਕਰਦੇ ਦੇਖਿਆ ਗਿਆ। ਹੋ ਸਕਦਾ ਹੈ ਕਿ ਸ਼ੱਕੀ ਵਿਅਕਤੀ ਪਹਿਲਾਂ ਇਸ ਟਿਕਾਣੇ ਉੱਤੇ ਗਿਆ ਹੋਵੇ ਜਾਂ ਨਹੀਂ। ਲੀਚ ਨੇ ਕਿਹਾ ਕਿ ਸ਼ੱਕੀ ਨੇ ਹੁੱਡ, ਗੂੜੇ ਸਰਦੀਆਂ ਦੇ ਬੂਟ, ਗੂੜੇ ਪੈਂਟ ਅਤੇ ਚਿੱਟੇ ਦਸਤਾਨੇ ਵਾਲੀ 3/4 ਲੰਬੀ ਵਾਲੀ ਗੂੜੀ ਜੈਕਟ ਪਾਈ ਹੋਈ ਸੀ। ਲੀਚ ਨੇ ਕਿਹਾ ਕਿ ਸ਼ੱਕੀ ਨੇ ਪੀੜਤ ਨੂੰ ਨੇੜਿਓਂ ਗੋਲੀ ਮਾਰਨ ਤੋਂ ਥੋੜੀ ਦੇਰ ਪਹਿਲਾਂ ਤੱਕ ਆਪਣੇ ਸਿਰ ਉੱਤੇ ਹੁੱਡ ਨਹੀਂ ਖਿੱਚੀ। ਲੀਚ ਨੇ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਸ਼ੱਕੀ ਕ੍ਰੈਡਿਟ ਵਿਊ ਰੋਡ ਦੇ ਪਾਰ ਪੱਛਮ ਵੱਲ ਬ੍ਰਿਟੇਨੀਆ ਰੋਡ ਅਤੇ ਕ੍ਰੈਮਗ੍ਰੀਨ ਸਰਕਲ ਵੱਲ ਦੌੜਿਆ। ਲੀਚ ਨੇ ਕਿਹਾ ਕਿ ਪੁਲਿਸ ਨੇ ਉਸ ਸਾਈਕਲ ਨੂੰ ਜ਼ਬਤ ਕਰ ਲਿਆ ਜੋ ਸ਼ੱਕੀ ਵਰਤ ਰਿਹਾ ਸੀ। ਉਸ ਨੇ ਕਿਹਾ ਕਿ ਇਹ ਚੋਰੀ ਦੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਸਮਾਨ ਸਾਈਕਲ ਹੈ ਉਸ ਦੀ ਜਾਂਚ ਕਰਨ ਅਤੇ ਯਕੀਨੀ ਬਣਾਉਣ ਕਿ ਇਹ ਤੁਹਾਡੇ ਕੋਲ ਅਜੇ ਵੀ ਹੈ ਜਾਂ ਨਹੀਂ। ਇਮੀਗ੍ਰੇਸ਼ਨ ਦਾ ਰਿਕਾਰਡ ਕਾਇਮ ਰਿਹਾ, 10,000 ਤੋਂ ਵੱਧ ਨੂੰ ਪੀਆਰ ਮਿਲੀ। ਕੈਨੇਡਾ ਦੇ ਇੱਕ ਸੂਬੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਜਿੱਥੇ ਇਮੀਗ੍ਰੇਸ਼ਨ ਦੇ ਰਿਕਾਰਡ ਦੇ ਬਾਰੇ ਉਹਨਾਂ ਵੱਲੋਂ ਦੱਸਿਆ ਗਿਆ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਦਾ ਰਿਕਾਰਡ ਕਾਇਮ ਰਿਹਾ। ਜੀ ਹਾਂ, ਇਸ ਬਾਰੇ ਨੋਵਾ ਸਕੋਸ਼ੀਆ ਸੂਬੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਜਿੱਥੇ ਇਮੀਗ੍ਰੇਸ਼ਨ ਦਾ ਰਿਕਾਰਡ ਹੁਣ ਇੱਕ ਵਾਰ ਫਿਰ ਤੋਂ ਕਾਇਮ ਰਿਹਾ। ਸਤੰਬਰ ਮਹੀਨੇ ਤੱਕ 10,000 ਤੋਂ ਵੱਧ ਲੋਕਾਂ ਵੱਲੋਂ ਪੀਆਰ ਹਾਸਲ ਕੀਤੀ ਗਈ। ਜੀ ਹਾਂ, ਨੋਵਾ ਸਕੋਸ਼ੀਆ ਸੂਬੇ ਵੱਲੋਂ ਸਾਲ 2022 ਦੌਰਾਨ ਵੀ ਇਮੀਗ੍ਰੇਸ਼ਨ ਰਿਕਾਰਡ ਕਾਇਮ ਰੱਖਿਆ ਗਿਆ, ਕਿਉਂਕਿ ਪ੍ਰੋਵਿੰਸ ਵਿੱਚ ਸਤੰਬਰ ਮਹੀਨੇ ਤੱਕ 10,000 ਤੋਂ ਵਧੇਰੇ ਲੋਕਾਂ ਨੂੰ ਪੀਆਰ ਮਿਲੀ। ਪ੍ਰੋਵਿੰਸ ਦੀ ਡਿਪਟੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਨੋਵਾ ਸਕੋਸ਼ੀਆ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਧ ਵਿਅਕਤੀਆਂ ਨੂੰ ਪੀਆਰ ਦਿੱਤੀ। ਡਿਪਟੀ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਸਤੰਬਰ ਤੱਕ 10,670 ਵਿਅਕਤੀਆਂ ਨੂੰ ਪੀਆਰ ਹਾਸਲ ਹੋ ਚੁੱਕੀ ਹੈ।
ਮਿਨਿਸਟਰ ਦੇ ਦੱਸਣ ਮੁਤਾਬਕ ਇਹ ਕਿਸੇ ਵੀ ਪਿਛਲੇ ਸਾਲ ਨਾਲੋਂ ਵੱਧ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ 3 ਹੋਰ ਮਹੀਨੇ ਦੀਆਂ ਅਰਜ਼ੀਆਂ ਅਜੇ ਬਾਕੀ ਹਨ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਕੈਨੇਡਾ ਵਿੱਚ ਪ੍ਰਵਾਸ ਕਰਨ ਅਤੇ ਨੋਵਾ ਸਕੋਸ਼ੀਆ ਵਿੱਚ ਵਸਣ ਦੇ ਚਾਹਵਾਨ ਲੋਕਾਂ ਦੀ ਕੋਈ ਕਮੀ ਨਹੀਂ ਹੈ। ਦੱਸ ਦਈਏ ਕਿ ਪ੍ਰੋਵਿੰਸ ਸਰਕਾਰ ਵੱਲੋਂ ਕੁਝ ਅੰਕੜੇ ਜਾਰੀ ਕੀਤੇ ਗਏ, ਜਿਨ੍ਹਾਂ ਮੁਤਾਬਕ ਸਾਲ 2021 ਦੌਰਾਨ 9020 ਨਵੇਂ ਪੀਆਰ ਪ੍ਰੋਵਿੰਸ ਦੇ ਵਿੱਚ ਆਏ। ਸਾਲ 2019 ਵਿੱਚ ਪ੍ਰੋਵਿੰਸ ਅੰਦਰ 7500 ਵਿਅਕਤੀ ਆਏ, ਜੋ ਕਿ ਰਿਕਾਰਡ ਸੀ। 2000 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਹਰ ਸਾਲ ਔਸਤਨ 1000 ਤੋਂ ਵੱਧ ਨਵੇਂ ਲੋਕ ਨੋਵਾ ਸਕੋਸ਼ੀਆ ਵਿੱਚ ਆ ਕੇ ਸੈਟਲ ਹੋ ਰਹੇ ਨੇ, ਪਰ ਹਾਲ ਹੀ ਵਿੱਚ ਇਮੀਗ੍ਰੇਸ਼ਨ ਅੰਦਰ ਵਾਧਾ ਹੋਇਆ। ਡਿਪਟੀ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਟਰੱਕ ਡਰਾਈਵਰ, ਨਰਸਾਂ, ਡਾਕਟਰ ਅਤੇ ਅਧਿਆਪਕ ਆਦਿ ਬਿਨੇਕਾਰ ਹਨ। ਉਹ ਕਹਿੰਦੇ ਨੇ ਕਿ ਅਸੀਂ ਕਾਬਿਲ ਲੋਕਾਂ ਨੂੰ ਲਿਆ ਕੇ ਪ੍ਰੋਵਿੰਸ ਦੀ ਆਰਥਿਕਤਾ ਵਿੱਚ ਵਾਧਾ ਕਰਨਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਪ੍ਰੋਵਿੰਸ ਵਿੱਚ ਪ੍ਰਵਾਸੀ ਹੈਲੀਫੈਕਸ ਤੋਂ ਇਲਾਵਾ ਹੋਰਨਾਂ ਛੋਟੇ ਸ਼ਹਿਰਾਂ ਜਿਵੇਂ ਕਿ ਪਿਕਟੋ, ਕੇਪ ਬ੍ਰੈਟਨ ਅਤੇ ਡਿਗਰੀ ਵਿੱਚ ਜਾ ਕੇ ਵਸ ਰਹੇ ਹਨ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕਾਫੀ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਪਾਸੇ ਇਮੀਗ੍ਰੇਸ਼ਨ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਅਲੱਗ-ਅਲੱਗ ਸੂਬਿਆਂ ਤੋਂ ਵੀ ਇਸ ਬਾਰੇ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ। ਇਮੀਗ੍ਰੈਂਟਸ ਦੇ ਵਾਸਤੇ ਇੱਕ ਸ਼ਰਤ ਰੱਖੀ ਗਈ ਹੈ ਤੇ ਇਹਨਾਂ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ ਇਸ ਸ਼ਰਤ ਨੂੰ ਪੂਰਾ ਕਰਨ। ਜੇਕਰ ਇਸ ਸ਼ਰਤ ਨੂੰ ਪ੍ਰਵਾਸੀ ਪੂਰਾ ਕਰਦੇ ਨੇ ਤਾਂ ਹੀ ਉਹਨਾਂ ਨੂੰ ਐਂਟਰੀ ਮਿਲ ਸਕੇਗੀ। ਕਿਹੜੇ ਸੂਬੇ ਤੋਂ ਇਹ ਕੀ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਦੇ ਇੱਕ ਸੂਬੇ ਵੱਲੋਂ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਵਾਸਤੇ ਸ਼ਰਤ ਰੱਖੀ ਹੈ। ਜੀ ਹਾਂ, ਕਿਊਬੈਕ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਜਿਹੜੇ ਵੀ ਇਮੀਗ੍ਰੈਂਟਸ ਇਕਨੋਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਰਾਹੀਂ ਇੱਥੇ ਆਉਣਗੇ, ਉਹਨਾਂ ਵਾਸਤੇ ਫ੍ਰੈਂਚ ਭਾਸ਼ਾ ਬੋਲਣਾ ਜ਼ਰੂਰੀ ਹੋਵੇਗਾ। ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਪ੍ਰੀਮੀਅਰ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੇਕਰ ਕਿਊਬੈਕ ਸੂਬੇ ਵਿੱਚ ਵੱਧ ਇਮੀਗ੍ਰੈਂਟਸ ਆਉਂਦੇ ਨੇ ਤਾਂ ਇਸ ਨਾਲ ਫ੍ਰੈਂਚ ਭਾਸ਼ਾ ਦੇ ਉੱਪਰ ਅਸਰ ਪੈ ਸਕਦਾ ਹੈ ਤੇ ਇਸ ਦਾ ਪ੍ਰਭਾਵ ਇੱਥੋਂ ਦੇ ਭਵਿੱਖ ਦੇ ਉੱਪਰ ਵੀ ਪਵੇਗਾ। ਉਹਨਾਂ ਵੱਲੋਂ ਤਾਂ ਇਸ ਨੂੰ ਸੁਸਾਈਡਲ ਤੱਕ ਕਹਿ ਦਿੱਤਾ ਗਿਆ। ਪ੍ਰੀਮੀਅਰ ਵੱਲੋਂ ਉਸ ਵੇਲੇ ਸਪਸ਼ਟ ਕੀਤਾ ਗਿਆ ਸੀ ਕਿ ਉਹ 50,000 ਤੋਂ ਵੱਧ ਸਾਲਾਨਾ ਨਵੇਂ ਪੀਆਰ ਦਾ ਸਵਾਗਤ ਨਹੀਂ ਕਰਨਗੇ। ਇਸ ਤੋਂ ਇਲਾਵਾ ਪ੍ਰੀਮੀਅਰ ਸਮੇਂ-ਸਮੇਂ ਦੇ ਉੱਪਰ ਇਮੀਗ੍ਰੇਸ਼ਨ ਯੋਜਨਾ ਦੇ ਬਾਰੇ ਵੀ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ ਤੇ ਹੁਣ ਉਹਨਾਂ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਹੀ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੂਬੇ ਵਿੱਚ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਵਾਸਤੇ ਕਿਹੜੀ ਸ਼ਰਤ ਹੋਵੇਗੀ। ਇਮੀਗ੍ਰੇਸ਼ਨ ਦੇ ਨਾਮ ਦੇ ਉੱਪਰ ਧੋਖਾ ਹੋ ਰਿਹਾ ਹੈ। ਧੋਖਾ ਕਰਨ ਵਾਲੇ ਨੇ ਪੀਆਰ ਦਾ ਝਾਂਸਾ ਦਿੱਤਾ ਤੇ ਆਪਣੇ ਜਾਲ ਵਿੱਚ ਫਸਾ ਕੇ ਠੱਗੀ ਕੀਤੀ ਹੈ। ਜੀ ਹਾਂ, ਇਸ ਬਾਰੇ ਕੈਨੇਡਾ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਪਤਾ ਚੱਲਿਆ ਹੈ ਕਿ ਇਮੀਗ੍ਰੇਸ਼ਨ ਦੇ ਨਾਮ ਦੇ ਉੱਪਰ ਵੱਡਾ ਧੋਖਾ ਹੋਇਆ। ਕਈ ਪੀੜਤ ਅੱਗੇ ਆਏ ਨੇ। ਕੀ ਇਹ ਪੂਰਾ ਮਾਮਲਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਇਮੀਗ੍ਰੇਸ਼ਨ ਦੇ ਨਾਮ ਤੇ ਧੋਖਾ ਹੋ ਰਿਹਾ ਹੈ। ਬਹੁਤ ਸਾਰੇ ਵਿਅਕਤੀ ਇਮੀਗ੍ਰੇਸ਼ਨ ਕੰਸਲਟੈਂਟ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਵੱਲੋਂ ਧੋਖਾ ਕੀਤਾ ਗਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਇਮੀਗ੍ਰੈਂਟਸ ਨੇ ਜਿਨ੍ਹਾਂ ਵੱਲੋਂ ਵੈਨਕੂਵਰ ਸਥਿਤ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਤੇ ਅਜਿਹੇ ਪ੍ਰੋਗਰਾਮਾਂ ਅਧੀਨ ਪੀਆਰ ਕਰਵਾਉਣ ਦਾ ਵਾਅਦਾ ਕਰ ਧੋਖਾ ਕਰਨ ਦੇ ਦੋਸ਼ ਲਗਾਏ, ਜੋ ਕਿ ਅਸਲ ਵਿੱਚ ਮੌਜੂਦ ਹੀ ਨਹੀਂ। ਕਈ ਸ਼ਿਕਾਇਤਾਂ ਤੋਂ ਬਾਅਦ ਇਮੀਗ੍ਰੇਸ਼ਨ ਕੰਸਲਟੈਂਟ ਲਿਜ਼ਾ ਦੇ ਲਾਇਸੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਲਿਜ਼ਾ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵੱਲੋਂ ਦਾਖਲ ਦਾਅਵੇ ਮੁਤਾਬਕ ਲਿਜ਼ਾ ਦੀ ਕੰਪਨੀ ਨੇ ਅਜਿਹੇ ਪ੍ਰੋਗਰਾਮਾਂ ਵਾਸਤੇ ਕਈ ਇਸ਼ਤਿਹਾਰ ਦਿੱਤੇ ਤੇ ਲੋਕਾਂ ਤੋਂ ਫੀਸਾਂ ਲਈਆਂ, ਜੋ ਕਿ ਮੌਜੂਦ ਹੀ ਨਹੀਂ ਸਨ। ਬਹੁਤ ਸਾਰੇ ਪੀੜਤਾਂ ਦਾ ਇਲਜ਼ਾਮ ਹੈ ਕਿ ਉਹਨਾਂ ਵੱਲੋਂ ਲਿਜ਼ਾ ਨੂੰ $5,000 ਜਾਂ ਫਿਰ ਇਸ ਤੋਂ ਵੱਧ ਫੀਸ ਦਾ ਭੁਗਤਾਨ ਕੀਤਾ। ਇਨ੍ਹਾਂ ਵਿਅਕਤੀਆਂ ਦਾ ਦਾਅਵਾ ਹੈ ਕਿ ਲਿਜ਼ਾ ਨੇ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲਣ, ਆਪਣੇ ਪਰਿਵਾਰਾਂ ਨੂੰ ਕੈਨੇਡਾ ਵਿੱਚ ਬੁਲਾ ਸਕਣ ਤੇ ਕੈਨੇਡਾ ਦੀ ਪੀਆਰ ਦਿਵਾਉਣ ਵਾਲੇ ਪ੍ਰੋਗਰਾਮਾਂ ਦਾ ਝਾਂਸਾ ਦਿੱਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਲਿਜ਼ਾ ਨੇ ਆਪਣੇ ਆਪ ਨੂੰ ਇੱਕ ਵਕੀਲ ਦੱਸਿਆ। ਕੇਸ ਵਿੱਚ ਦਾਅਵਾ ਕੀਤਾ ਗਿਆ ਕਿ ਬਿਨੇਕਾਰ ਇਹ ਪਤਾ ਲੱਗਣ ਤੋਂ ਬਾਅਦ ਕਿ ਉਹ ਕੈਨੇਡਾ ਵਿੱਚ ਬਿਨਾਂ ਕਿਸੇ ਲੀਗਲ ਸਟੇਟਸ ਤੋਂ ਰਹਿ ਰਹੀ ਹੈ, ਉਹਨਾਂ ਦੀ ਕੋਈ ਪੀਆਰ ਦੀ ਅਰਜ਼ੀ ਨਹੀਂ ਲੱਗੀ ਤੇ ਉਹ ਮਾਨਸਿਕ ਪਰੇਸ਼ਾਨੀ ਵਿੱਚ ਹਨ। ਇਸ ਬਾਰੇ ਲਿਜ਼ਾ ਦਾ ਕਹਿਣਾ ਹੈ ਕਿ ਉਸਨੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਅਤੇ ਨੀਤੀਆਂ ਤੇ ਭਰੋਸਾ ਕਰਦਿਆਂ ਹਰ ਸਮੇਂ ਇਮਾਨਦਾਰੀ ਨਾਲ ਕੰਮ ਕੀਤਾ ਤੇ ਆਪਣੇ ਗ੍ਰਾਹਕਾਂ ਦੇ ਲੀਗਲ ਸਟੇਟਸ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਕੋਲੋਂ ਫੀਸ ਵੀ ਭਰੀ। ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਦੁਆਰਾ ਜੁਲਾਈ ਮਹੀਨੇ ਵਿੱਚ ਇੱਕ ਇੰਟਰਿਮ ਆਦੇਸ਼ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਲਿਜ਼ਾ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਤੇ ਉਸ ਨੂੰ $10,000 ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ। ਕਾਲਜ ਦੀ ਅਨੁਸ਼ਾਸਨ ਕਮੇਟੀ ਦੇ ਚੇਅਰਪਰਸਨ ਹੈਕਸ ਨੇ ਕਿਹਾ ਕਿ 25 ਮਹੀਨਿਆਂ ਦੌਰਾਨ 11 ਵਿਅਕਤੀਆਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ, ਜਿਸ ਸੰਬੰਧੀ ਉਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਹੁਣ ਦੋ ਪੱਖ ਸਾਹਮਣੇ ਆ ਰਹੇ ਨੇ, ਜਿੱਥੇ ਲਿਜ਼ਾ ਵੱਲੋਂ ਆਪਣਾ ਪੱਖ ਰੱਖਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਕਈ ਪੀੜਤ ਅੱਗੇ ਆ ਰਹੇ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨਾਲ ਕਿਸ ਤਰ੍ਹਾਂ ਇਮੀਗ੍ਰੇਸ਼ਨ ਦੇ ਨਾਮ ਤੇ ਧੋਖਾ ਹੋਇਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ ਕਿ PR, TR ਜਾਂ ਫਿਰ ਹੋਰ ਕਿੰਨੀਆਂ ਫਾਈਲਾਂ ਦੇ ਉੱਪਰ ਅਜੇ ਫੈਸਲਾ ਆਉਣਾ ਬਾਕੀ ਹੈ। IRCC ਵੱਲੋਂ ਬੈਕਲੌਗ ਦੇ ਬਾਰੇ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਬੈਕਲੌਗ ਕਾਫੀ ਹੇਠਾਂ ਆ ਗਿਆ, ਬਹੁਤੀਆਂ ਫਾਈਲਾਂ ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ। ਜਿਨ੍ਹਾਂ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਫਾਈਲ ਲਗਾਈ ਗਈ, ਉਹਨਾਂ ਵਾਸਤੇ ਰਾਹਤ ਦੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਫਾਈਲਾਂ ਦਾ ਬੈਕਲੌਗ ਘੱਟ ਹੋਇਆ ਹੈ। ਨਵੇਂ ਅੰਕੜੇ ਵਿੱਚ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਦੱਸਣ ਮੁਤਾਬਕ ਬੈਕਲੌਗ 2.2 ਮਿਲੀਅਨ ਦਰਜ ਕੀਤਾ ਗਿਆ, ਜੋ ਕਿ ਪਹਿਲਾਂ ਦੇ ਮੁਕਾਬਲੇ ਘੱਟ ਗਿਣਤੀ ਹੈ। ਇਸ ਤੋਂ ਇਲਾਵਾ ਵਿਭਾਗ ਨੇ ਇੱਕ ਵਾਰ ਫਿਰ ਤੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਹੜੇ ਵੇਲੇ ਫਾਈਲਾਂ ਦਾ ਕਿੰਨਾ ਬੈਕਲੌਗ ਸੀ। 3 ਨਵੰਬਰ 2022 ਦੌਰਾਨ 24 ਲੱਖ ਤੋਂ ਵੱਧ, 30 ਸਤੰਬਰ ਨੂੰ 26 ਲੱਖ ਤੋਂ ਵੱਧ, 31 ਅਗਸਤ ਨੂੰ 25 ਲੱਖ ਤੋਂ ਵੱਧ, 15 ਜੁਲਾਈ ਨੂੰ 26 ਲੱਖ ਤੋਂ ਵੱਧ, ਜੂਨ 1 ਤੋਂ 6 ਦੇ ਵਿਚਕਾਰ 23 ਲੱਖ ਤੋਂ ਵੱਧ, 30 ਅਪ੍ਰੈਲ ਦੌਰਾਨ 21 ਲੱਖ ਤੋਂ ਵੱਧ, 11 ਅਪ੍ਰੈਲ ਦੌਰਾਨ 20 ਲੱਖ ਤੋਂ ਵੱਧ, 15 ਮਾਰਚ ਦੌਰਾਨ 18 ਲੱਖ ਤੋਂ ਵੱਧ, 1 ਫਰਵਰੀ ਦੌਰਾਨ 18 ਲੱਖ ਤੋਂ ਵੱਧ, 15 ਦਸੰਬਰ ਦੌਰਾਨ 18 ਲੱਖ ਤੋਂ ਵੱਧ, 27 ਅਕਤੂਬਰ ਦੌਰਾਨ 17 ਲੱਖ ਤੋਂ ਵੱਧ ਤੇ 6 ਜੁਲਾਈ 2021 ਦੌਰਾਨ 14 ਲੱਖ ਤੋਂ ਵੱਧ ਫਾਈਲਾਂ ਦਾ ਬੈਕਲੌਗ ਇਮੀਗ੍ਰੇਸ਼ਨ ਵਿਭਾਗ ਕੋਲ ਸੀ। ਸਿਟੀਜ਼ਨਸ਼ਿਪ ਇਨਵੈਂਟਰੀ ਵਿੱਚ 3,14,630 ਅਰਜ਼ੀਆਂ 30 ਨਵੰਬਰ ਤੱਕ ਦੱਸੀਆਂ ਗਈਆਂ। 31 ਅਕਤੂਬਰ ਦੌਰਾਨ ਇਹ ਅੰਕੜਾ 3,31,000 ਤੋਂ ਵੱਧ ਸਾਂਝਾ ਕੀਤਾ ਗਿਆ। PR ਦੀਆਂ ਅਰਜ਼ੀਆਂ 5 ਲੱਖ ਤੋਂ ਵੱਧ ਹਨ। 2 ਦਸੰਬਰ ਤੱਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ TR ਦੀ ਇਨਵੈਂਟਰੀ ਵਿੱਚ 1 ਲੱਖ ਤੋਂ ਵੱਧ ਅਰਜ਼ੀਆਂ ਪਈਆਂ ਹਨ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਦੇ ਦੱਸਣ ਮੁਤਾਬਕ 2 ਦਸੰਬਰ ਤੱਕ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਤਹਿਤ 43,000 ਤੋਂ ਵੱਧ ਅਰਜ਼ੀਆਂ ਇਮੀਗ੍ਰੇਸ਼ਨ ਵਿਭਾਗ ਕੋਲ ਹਨ, ਜਿਨ੍ਹਾਂ ਉੱਪਰ ਫੈਸਲਾ ਆਉਣਾ ਅਜੇ ਬਾਕੀ ਹੈ। ਦੱਸਣਯੋਗ ਹੈ ਕਿ IRCC ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਫਾਈਲਾਂ ਦਾ ਬੈਕਲੌਗ ਖਤਮ ਕਰਨ ਸੰਬੰਧੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਪਹਿਲਾਂ ਦੇ ਮੁਕਾਬਲੇ ਕਾਫੀ ਅਰਜ਼ੀਆਂ ਦੇ ਉੱਪਰ ਫੈਸਲਾ ਸੁਣਾਇਆ ਜਾ ਚੁੱਕਿਆ ਹੈ। ਟੀਚਾ ਰੱਖਿਆ ਗਿਆ ਕਿ 50% ਬੈਕਲੌਗ ਜਲਦ ਹੀ ਯਾਨੀ ਕਿ ਮਾਰਚ 2023 ਤੱਕ ਖਤਮ ਕਰ ਲਿਆ ਜਾਵੇਗਾ। ਇਸ ਵਾਸਤੇ ਨਵੇਂ ਸਟਾਫ ਦੀ ਭਰਤੀ ਵੀ ਕੀਤੀ ਜਾ ਰਹੀ ਹੈ, ਜਿਸ ਬਾਰੇ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਜਾਣਕਾਰੀ ਸਾਂਝੀ ਕਰ ਚੁੱਕੇ ਨੇ। ਕੈਨੇਡਾ ਸਰਕਾਰ ਵੱਲੋਂ ਬਜਟ ਦੇ ਵਿੱਚ ਵੀ ਇਮੀਗ੍ਰੇਸ਼ਨ ਸੰਬੰਧੀ ਕਾਫੀ ਕੁਝ ਐਲਾਨ ਕੀਤਾ ਗਿਆ ਸੀ। ਨਵਾਂ ਇਲੈਕਟ੍ਰਿਕ ਵਹੀਕਲ ਪਲਾਂਟ ਖੁੱਲਣ ਜਾ ਰਿਹਾ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਸਾਂਝੀ ਕੀਤੀ। ਇੱਕ ਖੁਸ਼ੀ ਸਾਂਝੀ ਕਰਦਿਆਂ ਉਹਨਾਂ ਦੇ ਨਾਲ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸਾਂਝੇ ਤੌਰ ਤੇ ਉੱਪਰ ਇੱਕ ਐਲਾਨ ਕੀਤਾ ਗਿਆ। ਇਹ ਐਲਾਨ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਦੇ ਨਾਲ ਜੁੜਿਆ ਹੋਇਆ ਸੀ, ਜਿੱਥੇ ਦੋਹਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਦੇ ਨਾਲ ਆਰਥਿਕਤਾ ਦੇ ਉੱਪਰ ਅਸਰ ਪਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਨੂੰ ਇੱਕ ਵੱਡੀ ਉਪਲਬਧੀ ਦੇ ਤੌਰ ਤੇ ਉੱਪਰ ਦੇਖਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Today, as Mark pointed out, in record time, we're opening the first full-scale commercial electric vehicle plant in Canada. When we invested in GM's project, we knew we'd get results. Now, as the first BrightTrop electric vans come off the line, we get to see these results. It's great to be here, Doug and Vic, but usually there's 4 of us for these announcements. And our friend François-Philippe Champagne, who worked incredibly hard as industry minister, if he were here, he'd be pointing out, Mark, the time of the text he sent you to get this rolling. He is tireless, as all our team members are, in drawing in announcements, and he really wishes he could be here today, but we have him over in Europe right now securing more deals for more workers across this country to be able to deliver for more jobs for Canadians. And of course, I want to thank the people at GM and Unifor and Premier Ford and his team for working together as partners to make this happen. But mostly, again, we need to talk about Canadian workers who, your skills, your ambition, and your hard work get the economy going and help us convince big companies like GM to continue investing in Canada. You know, just a few weeks ago, I was in the Indo-Pacific to strengthen our economic ties with the region, to create good jobs in Canada and more opportunities for our businesses. We know how
important Asia is to the growing global economy. So during that G20 in Indonesia, I spoke to a room filled with business leaders to pitch them on what we're doing here in Canada, on why investing in Canada is exactly the right thing. So it's not just people who are as close as GM is, who sees up front all the potential that Canada has. People from around the world noticing what Canada has. ਇਸ ਹਫ਼ਤੇ ਵਿਆਜ ਦਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਇਆ, ਜਿਸ ਤੋਂ ਬਾਅਦ ਵਿਆਜ ਦਰਾਂ ਵੱਧ ਕੇ 4.25% ਦੇ ਉੱਪਰ ਪਹੁੰਚ ਗਈਆਂ ਨੇ। ਬੈਂਕ ਆਫ ਕੈਨੇਡਾ ਵੱਲੋਂ 7ਵੀਂ ਵਾਰ ਇੰਟਰਸਟ ਰੇਟ ਵਧਾਇਆ ਗਿਆ। ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ। ਵਿਆਜ ਦਰਾਂ ਵਧਾ ਕੇ 4.25% ਕਰ ਦਿੱਤੀਆਂ ਗਈਆਂ ਨੇ। ਇਹ ਵਾਧਾ ਬੈਂਕ ਵੱਲੋਂ 7ਵੀਂ ਵਾਰ ਕੀਤਾ ਗਿਆ। ਜੀ ਹਾਂ, ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਵਿੱਚ 0.50% ਦਾ ਵਾਧਾ ਕਰ ਦਿੱਤਾ ਹੈ। ਹੁਣ ਬੈਂਚਮਾਰਕ ਵਿਆਜ ਦਰ 4.25% ਹੋ ਗਈ ਹੈ। ਇਹ ਕਦਮ ਦੇਸ਼ ਵਿੱਚ ਜੋ ਮਹਿੰਗਾਈ ਹੈ ਉਸ ਨੂੰ ਕਾਬੂ ਕਰਨ ਸੰਬੰਧੀ ਚੁੱਕਿਆ ਗਿਆ। ਇਸ ਬਾਰੇ ਬੈਂਕ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੈਂਕ ਆਫ ਕੈਨੇਡਾ ਦੀ ਵਿਆਜ ਦਰ ਉਹ ਦਰ ਹੈ ਜਿਸ ਤੇ ਰੀਟੇਲ ਬੈਂਕਾਂ ਨੂੰ ਕੇਂਦਰੀ ਬੈਂਕ ਤੋਂ ਲੋਨ ਮਿਲਦਾ ਹੈ, ਪਰ ਇਸ ਵਿਆਜ ਦਰ ਦਾ ਅਸਰ ਅੱਗੇ ਤੱਕ ਹੁੰਦਾ ਹੈ ਤੇ ਬੈਂਕ ਤੋਂ ਕਰਜ਼ਾ ਲੈਣਾ ਜਿਵੇਂ ਕਿ ਮਾਰਗੇਜ ਜਾਂ ਫਿਰ ਲਾਈਨ ਆਫ ਕ੍ਰੈਡਿਟ ਵਗੈਰਾ ਵੀ ਮਹਿੰਗੇ ਹੋ ਜਾਂਦੇ ਹਨ। ਦੱਸ ਦਈਏ ਕਿ ਅਰਥਚਾਰੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਲੋਕਾਂ ਨੂੰ ਖਰੀਦਣ ਤੇ ਇਨਵੈਸਟ ਕਰਨ ਵਾਸਤੇ ਉਤਸ਼ਾਹਿਤ ਕਰਨ ਲਈ ਕੇਂਦਰੀ ਬੈਂਕ ਵਿਆਜ ਦਰ ਵਿੱਚ ਕਟੌਤੀ ਕਰਦਾ ਹੈ ਤੇ ਜਦੋਂ ਮਹਿੰਗਾਈ ਨੂੰ ਕਾਬੂ ਕਰਨਾ ਹੋਵੇ ਤਾਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਮਹਿੰਗਾਈ ਨੂੰ ਕਾਬੂ ਕਰਨ ਦੇ ਇਰਾਦੇ ਨਾਲ ਬੈਂਕ ਵੱਲੋਂ 7ਵੀਂ ਵਾਰ ਵਿਆਜ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਤੇ ਹੁਣ ਵਿਆਜ ਦਰਾਂ ਵੱਧ ਕੇ 4.25% ਹੋ ਗਈਆਂ ਹਨ। ਦੱਸਣਯੋਗ ਹੈ ਕਿ ਬੈਂਕ ਵੱਲੋਂ ਜਦੋਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਹਾਊਸਿੰਗ ਮਾਰਕੀਟ ਦੇ ਉੱਪਰ ਪੈਂਦਾ ਹੈ। ਹੁਣ ਬੈਂਕ ਵੱਲੋਂ ਇੱਕ ਵਾਰ ਫਿਰ ਤੋਂ ਜੋ ਵਾਧਾ ਕੀਤਾ ਗਿਆ, ਦੇਖਣਾ ਹੋਵੇਗਾ ਕਿ ਹਾਊਸਿੰਗ ਮਾਰਕੀਟ ਦੇ ਉੱਪਰ ਇਸ ਦਾ ਪ੍ਰਭਾਵ ਕਿਸ ਤਰ੍ਹਾਂ ਪੈਂਦਾ ਹੈ। 2 ਸੂਬਿਆਂ ਵੱਲੋਂ ਡਰਾਅ ਐਲਾਨ ਕੀਤੇ ਗਏ, ਜਿਸ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਹਨਾਂ ਡਰਾਅ ਦੇ ਵਿੱਚ ਕਈਆਂ ਨੂੰ PR ਹਾਸਲ ਕਰਨ ਦਾ ਮੌਕਾ ਦਿੱਤਾ ਗਿਆ। ਕੈਨੇਡਾ ਦੇ 2 ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇਹਨਾਂ 2 ਸੂਬਿਆਂ ਵੱਲੋਂ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਇਹ ਜਾਣਕਾਰੀ ਕਿਊਬੈਕ ਅਤੇ ਮੈਨੀਟੋਬਾ ਪ੍ਰੋਵਿੰਸ ਤੋਂ ਸਾਹਮਣੇ ਆਈ, ਜਿੱਥੇ ਕਿਊਬੈਕ ਵੱਲੋਂ 998 ਤੇ ਮੈਨੀਟੋਬਾ ਵੱਲੋਂ 305 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਊਬੈਕ ਸੂਬੇ ਦੀ। ਕਿਊਬੈਕ ਸੂਬੇ ਵੱਲੋਂ 24 ਨਵੰਬਰ ਨੂੰ ਜੋ ਡਰਾਅ ਐਲਾਨ ਕੀਤਾ ਗਿਆ, ਉਸ ਵਿੱਚ ਉਮੀਦਵਾਰਾਂ ਨੂੰ 603 ਪੁਆਇੰਟਸ ਦੀ ਜ਼ਰੂਰਤ ਸੀ। ਹੁਣ ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਰੀਮਾ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੇ ਜ਼ਰੀਏ 998 ਸੱਦੇ ਦਿੱਤੇ ਗਏ। ਇਸ ਦੇ ਨਾਲ ਹੀ ਮੈਨੀਟੋਬਾ ਪ੍ਰੋਵਿੰਸ ਵੱਲੋਂ 305 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਡਰਾਅ 1 ਦਸੰਬਰ ਨੂੰ ਐਲਾਨ ਕੀਤਾ ਗਿਆ। ਸਕਿਲਡ ਵਰਕਰਸ ਇਨ ਮੈਨੀਟੋਬਾ ਨੂੰ 206 LAAs ਮਿਲੀਆਂ ਨੇ ਤੇ ਇਸ ਵਾਸਤੇ 775 ਪੁਆਇੰਟਸ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਉਮੀਦਵਾਰਾਂ ਨੂੰ 56 ਸੱਦੇ ਜਾਰੀ ਹੋਏ ਤੇ ਬਾਕੀ ਰਹਿੰਦੇ ਉਮੀਦਵਾਰ ਸਕਿਲਡ ਵਰਕਰਸ ਓਵਰਸੀ ਕੈਂਡੀਡੇਟ ਸਨ। ਦੱਸਦੀਏ ਕਿ ਕਿਊਬੈਕ ਸੂਬੇ ਵੱਲੋਂ ਹੁਣ ਤੱਕ ਦੀ ਸਾਰੀ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਹੜੇ ਡਰਾਅ ਵਿੱਚ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਤੇ ਕਿੰਨੇ ਸਕੋਰਸ ਦੀ ਜ਼ਰੂਰਤ ਰਹੀ। 24 ਨਵੰਬਰ ਸਾਲ 2022 ਦੇ ਡਰਾਅ ਵਿੱਚ 998 ਸੱਦੇ ਦਿੱਤੇ ਗਏ। ਘੱਟੋ ਘੱਟ 603 ਸਕੋਰਸ ਦੀ ਜ਼ਰੂਰਤ ਸੀ। 29 ਸਤੰਬਰ ਨੂੰ 1195 ਸੱਦੇ ਦਿੱਤੇ ਗਏ। 597 ਸਕੋਰਸ ਦੀ ਜ਼ਰੂਰਤ ਰਹੀ। 15 ਸਤੰਬਰ ਨੂੰ ਸੱਦੇ 1009 ਤੇ ਸਕੋਰ 563। 8 ਸਤੰਬਰ ਨੂੰ 1202 ਸੱਦੇ ਤੇ ਸਕੋਰ 620। 11 ਅਗਸਤ ਨੂੰ 58 ਸੱਦੇ। 7 ਜੁਲਾਈ ਨੂੰ 351 ਇਨਵੀਟੇਸ਼ਨ। ਮਈ 5 ਨੂੰ 30 ਸੱਦੇ। 7 ਅਪ੍ਰੈਲ ਨੂੰ 33 ਸੱਦੇ। 10 ਮਾਰਚ ਨੂੰ 506 ਸੱਦੇ। 24 ਫਰਵਰੀ ਨੂੰ 306 ਇਨਵੀਟੇਸ਼ਨ। 10 ਫਰਵਰੀ ਨੂੰ 523 ਇਨਵੀਟੇਸ਼ਨ। 27 ਜਨਵਰੀ ਨੂੰ 322 ਸੱਦੇ। 13 ਜਨਵਰੀ ਨੂੰ 512 ਸੱਦੇ ਜਾਰੀ ਕੀਤੇ ਗਏ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸ 'ਚ ਵਾਧਾ ਕਰਨ ਸੰਬੰਧੀ ਯੋਜਨਾ ਬਣਾਈ ਜਾ ਰਹੀ ਹੈ। ਅੰਤਰਰਾਸ਼ਟਰੀ ਵਿਦਿਆਰਥੀ ਇਸ ਤੋਂ ਕਾਫੀ ਨਾਰਾਜ਼ ਨਜ਼ਰ ਆਏ ਤੇ ਉਹਨਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ। ਕਿਹੜੀ ਥਾਂ ਦੇ ਉੱਪਰ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸ ਵਿੱਚ ਵਾਧਾ ਹੋਇਆ ਤਾਂ ਵਿਦਿਆਰਥੀਆਂ ਨੇ ਇਸ ਖਿਲਾਫ ਪ੍ਰਦਰਸ਼ਨ ਕੀਤਾ। ਵੈਨਕੂਵਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਫੀਸ ਵਧਣ ਦੇ ਚੱਲਦਿਆਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਜੀ ਹਾਂ,
ਵੈਨਕੂਵਰ ਦੀ ਐਮਿਲੀ ਕਾਰ ਯੂਨੀਵਰਸਿਟੀ ਆਫ ਆਰਟ ਐਂਡ ਡਿਜ਼ਾਈਨ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਟਿਊਸ਼ਨ ਫੀਸ ਅੰਦਰ ਵਾਧੇ ਕਾਰਨ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਗਿਆ। ਯੂਨੀਵਰਸਿਟੀ ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 30% ਫੀਸ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਵਿਦਿਆਰਥੀਆਂ ਦੇ ਮੁਕਾਬਲੇ ਉਹ ਪਹਿਲਾਂ ਹੀ ਵੱਧ ਫੀਸ ਦੇ ਰਹੇ ਨੇ। ਇਸ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਅਜਿਹਾ ਕਰਨਾ ਠੀਕ ਨਹੀਂ। ਵਿਦਿਆਰਥੀ ਪ੍ਰਤੀ ਸਮੈਸਟਰ $9,000 ਫੀਸ ਦੇ ਰਹੇ ਹਨ, ਜੋ ਕਿ ਕੈਨੇਡੀਅਨ ਵਿਦਿਆਰਥੀਆਂ ਨਾਲੋਂ ਪਹਿਲਾਂ ਹੀ 4 ਗੁਣਾ ਵੱਧ ਹੈ। ਯੂਨੀਵਰਸਿਟੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਫੀਸ ਵਿੱਚ 10% ਅਤੇ ਕੈਨੇਡੀਅਨਸ ਵਾਸਤੇ 2% ਦਾ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਬਾਰੇ ਯੂਨੀਵਰਸਿਟੀ ਦਾ ਵੀ ਇੱਕ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਫੈਸਲਾ ਜ਼ਰੂਰੀ ਹੈ ਕਿਉਂਕਿ ਉਹ ਪ੍ਰੋਵਿੰਸ ਦੇ ਯੂਨੀਵਰਸਿਟੀ ਐਕਟ ਦੇ ਅਧੀਨ ਕੰਮ ਕਰਦੇ ਹਨ ਤੇ ਪਬਲਿਕ ਪੋਸਟ ਸੈਕੰਡਰੀ ਸੰਸਥਾ ਵਜੋਂ ਸੰਤੁਲਿਤ ਬਜਟ ਪੇਸ਼ ਕਰਨਾ ਉਨ੍ਹਾਂ ਵਾਸਤੇ ਲਾਜ਼ਮੀ ਹੈ। ਯੂਨੀਵਰਸਿਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੌਜੂਦਾ ਅਤੇ ਭਵਿੱਖ ਦੇ ਵਿਦਿਆਰਥੀਆਂ ਲਈ ਇੱਕ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਜਾਰੀ ਰੱਖਣ ਵਾਸਤੇ ਫੀਸ ਵਿੱਚ ਵਾਧੇ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਕਹਿ ਰਹੇ ਨੇ ਕਿ ਇਸ ਵਾਧੇ ਨਾਲ ਆਰਟ ਦੀ ਪੜ੍ਹਾਈ ਕਰਨ ਵਾਲੇ ਜਿਹੜੇ ਵਿਦਿਆਰਥੀ ਹਨ, ਉਹਨਾਂ ਵਾਸਤੇ ਸਿੱਖਿਆ ਪਹੁੰਚ ਤੋਂ ਬਾਹਰ ਹੋ ਸਕਦੀ ਹੈ। ਉਹ ਕਹਿੰਦੇ ਨੇ ਕਿ ਵਿਦਿਆਰਥੀ ਅਤੇ ਉਹਨਾਂ ਦੇ ਪਰਿਵਾਰ ਟਿਊਸ਼ਨ ਵਾਧੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਦੱਸਣਯੋਗ ਹੈ ਕਿ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਪਹਿਲਾਂ ਹੀ ਪਤਾ ਸੀ। ਯੂਨੀਵਰਸਿਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਵਾਧੇ ਨਾਲ ਵਿਦਿਆਰਥੀਆਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਦੇ ਹਨ, ਪਰ ਵਾਧੇ ਨੂੰ ਰੋਕਣ ਦੀ ਕੋਈ ਵੀ ਯੋਜਨਾ ਫਿਲਹਾਲ ਨਹੀਂ ਹੈ। ਇੱਕ ਪਾਸੇ ਯੂਨੀਵਰਸਿਟੀ ਨੇ ਆਪਣਾ ਫੈਸਲਾ ਸੁਣਾਇਆ ਤੇ ਦੂਜੇ ਪਾਸੇ ਵਿਦਿਆਰਥੀਆਂ ਨੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਖਾਸ ਭਾਈਚਾਰੇ ਦੀ ਤਾਰੀਫ ਕੀਤੀ ਗਈ ਤੇ ਨਾਲ ਹੀ ਦੱਸਿਆ ਗਿਆ ਕਿ ਉਹ ਭਵਿੱਖ ਵਾਸਤੇ ਕੀ ਸਾਂਭ ਰਹੇ ਹਨ ਤੇ ਭਵਿੱਖ ਦੇ ਵਿੱਚ ਉਹ ਸਾਡੇ ਵਾਸਤੇ ਕਿੰਨਾ ਜ਼ਰੂਰੀ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੁਨਾਵਤ ਵਿੱਚ ਮੌਜੂਦ ਸਨ, ਜਿੱਥੇ ਉਨ੍ਹਾਂ ਵੱਲੋਂ ਵਾਤਾਵਰਣ ਵਾਸਤੇ ਵੱਡਾ ਐਲਾਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨਾਰਥ ਵੈਸਟ ਟੈਰੀਟਰੀ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਨਾਲ ਹੀ ਉਨ੍ਹਾਂ ਨੇ ਮੂਲ ਨਿਵਾਸੀ ਭਾਈਚਾਰੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਭਵਿੱਖ ਵਾਸਤੇ ਕਿਹੜੀਆਂ ਚੀਜ਼ਾਂ ਬਚਾਉਣ ਸੰਬੰਧੀ ਉਪਰਾਲਾ ਕੀਤਾ ਜਾ ਰਿਹਾ ਹੈ। ਕੀ ਕਹਿਣਾ ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Canada will provide up to $800 million to support 4 major Indigenous-led conservation projects across the country, covering almost 1 million square kilometres. Each of these projects is different because each of these projects is designed by communities, for communities. On the Pacific Coast, in the Great Bear Sea, we're supporting the group representing 17 First Nations to deliver an integrated bioregional marine conservation and sustainability initiative. Heading north, you'll reach protected boreal forests, rivers and lands across the Northwest Territories in a project that's a partnership between 30 Indigenous governments across the territory, supported by the Government of Canada. From there, east and even further north, will take you to the Kiktani region and a vast network of protected waters and land safeguarded through Inuit stewardship and governance founded on Inuit Kauyamayuktukangit. And then south to western James Bay and the world's 3rd largest wetland and a vision of stewardship led by the Omashkigo Cree. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਭੇਤਭਰੀ ਹਾਲਤ ਵਿੱਚ ਪੰਜਾਬਣ ਦੀ ਮੌਤ, ਕੁਝ ਦਿਨਾਂ ਵਿੱਚ ਮਿਲਣੀ ਸੀ PR। ਪੈਟਰੋਲ ਪੰਪ ਤੇ ਪੰਜਾਬਣ ਨੂੰ ਮਾਰੀ ਗੋਲੀ, ਗੈਸ ਸਟੇਸ਼ਨ ਤੇ ਕਰਦੀ ਸੀ ਕੰਮ। ਇਮੀਗ੍ਰੇਸ਼ਨ ਦਾ ਰਿਕਾਰਡ ਕਾਇਮ, 10,000 ਤੋਂ ਵੱਧ ਨੂੰ ਮਿਲੀ PR। ਇਮੀਗ੍ਰੈਂਟਸ ਲਈ ਰੱਖੀ ਸ਼ਰਤ, ਹੁਣ ਸ਼ਰਤ ਪੂਰੀ ਕਰਨ ਤੇ ਮਿਲੇਗੀ ਐਂਟਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।